भाषा सिख ते राजनीति विषय ते डॉक्टर गुरमीत सिंह जी वो कृपा करके अपना माइक ऑन करके दसते आन जी। डॉक्टर गुरमीत सिंह जी 35 तो 40 मिनट ਦੇ ਵਿੱਚ ਵੀਰ ਜੀ ਆਪਣੀ ਗੱਲਬਾਤ ਕਰਨਗੇ। ਡਾਕਟਰ ਗੁਰਮੀਤ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਫਤਿਹਗੜ੍ਹ। ਪੰਜਾਬੀ ਭਾਸ਼ਾ ਸਿੱਖ ਅਤੇ ਰਾਜਨੀਤੀ ਵਿਸ਼ੇ ਦੇ ਉੱਤੇ ਅੱਜ ਮੈਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਇੱਦਾਂ ਦੀ ਸੰਸਥਾ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਸੀ ਉਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਸਰਗਰਮੀਆਂ ਦੇ ਵਿੱਚ ਭਾਗ ਲੈਂਦੇ ਸੀ। ਅੱਜ ਉਸੇ ਸਰਕਲ ਵੱਲੋਂ ਮੈਨੂੰ ਇੱਕ ਬੜੇ ਮਹੱਤਵਪੂਰਨ ਵਿਸ਼ੇ ਦੇ ਉੱਤੇ ਬੋਲਣ ਲਈ ਕਿਹਾ ਗਿਆ। ਇਸ ਕਰਕੇ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੁੱਚੀ ਟੀਮ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ। ਬਿਨਾਂ ਕਿਸੇ ਰਸਮੀ ਭੂਮਿਕਾ ਤੋਂ ਆਪਾਂ ਵਿਸ਼ੇ ਵੱਲ ਆਈਏ। ਕੱਲ੍ਹ ਜਿੱਥੇ ਸਰਦਾਰ ਤਰਲੋਚਨ ਸਿੰਘ ਜੀ ਨੇ ਪੰਜਾਬੀ ਸੂਬੇ ਦੀ ਗੱਲ ਕੀਤੀ, ਪੰਜਾਬੀ ਸੂਬੇ ਦੇ ਅੰਦੋਲਨ ਦੀ ਗੱਲ ਕੀਤੀ, ਜਿੱਥੋਂ ਉਹਨਾਂ ਨੇ ਗੱਲ ਸਮਾਪਤ ਕੀਤੀ ਸੀ ਕਿ ਇਸ ਤੋਂ ਗਾਂਹ ਦੇ ਬਾਰੇ ਸਾਨੂੰ ਹੋਰ ਜਿਹੜੀ ਵਾਰਤਾਲਾਪ ਜਾਂ ਹੋਰ ਲੈਕਚਰ ਰੱਖਣਾ ਚਾਹੀਦਾ। ਅਤੇ ਮੇਰੀ ਅੱਜ ਦੀ ਗੱਲਬਾਤ ਉੱਦਾਂ ਦੇ ਵਿਸ਼ੇ ਦੇ ਨਾਲ ਸੰਬੰਧਿਤ ਹੋਏਗੀ, ਪਰੰਤੂ ਜੋ ਗੱਲਾਂ ਬਾਤਾਂ ਦਾ ਜਾਂ ਜੋ ਕੁਝ ਤੁਸੀਂ ਲੋਕ ਜਾਣਦੇ ਹੋ, ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨਾਲੋਂ ਕੁਝ ਵੱਖਰੇ ਮਸਲਿਆਂ ਦੇ ਉੱਤੇ ਆਪਾਂ ਵਿਚਾਰਾਂ ਦੀ ਸਾਂਝ ਪਾਈਏ। ਮੁੱਖ ਜਿਹੜਾ ਮਸਲਾ ਸਾਡੇ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ ਜਾਂ ਪੰਜਾਬੀ ਲੋਕਾਂ ਦੇ ਨਾਲ ਜਿਹੜਾ ਵਿਤਕਰਾ ਹੈ ਉਹ ਕਿਉਂ ਹੋ ਰਿਹਾ ਹੈ, ਇਹਦੀ ਵਜ੍ਹਾ ਕੀ ਹੈ, ਜਾਂ ਫਿਰ ਭਾਸ਼ਾ ਦਾ ਅਤੇ ਸਿੱਖੀ ਦਾ ਅਤੇ ਰਾਜਨੀਤੀ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਸ਼ੁਰੂ ਦੇ ਵਿੱਚ ਆਪਾਂ ਇਹ ਗੱਲ ਕਰ ਲਈਏ, ਅੱਜ ਦੇ ਟੌਪਿਕ ਦੇ ਵਿੱਚ ਜਿਹੜਾ ਅਸੀਂ ਸਿੱਖ ਸ਼ਬਦ ਰੱਖਿਆ, ਇਹ ਸਿੱਖ ਸ਼ਬਦ ਸਿੱਖ ਸਮੁਦਾਇ ਤੋਂ ਭਾਵ ਨਹੀਂ ਹੈ। ਅਸੀਂ ਧਰਮ ਦੇ ਤੌਰ 'ਤੇ ਸਿੱਖ ਸ਼ਬਦ ਦੀ ਵਰਤੋਂ ਕੀਤੀ ਹੈ। ਜੇ ਇਸੇ ਵਿਸ਼ੇ ਨੂੰ ਆਪਾਂ ਥੋੜ੍ਹਾ ਹੋਰ ਵਿਸਥਾਰ ਦੇਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਧਰਮ, ਭਾਸ਼ਾ ਅਤੇ ਰਾਜਨੀਤੀ। ਸੋ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਇਹਨਾਂ ਤਿੰਨਾਂ ਗੱਲਾਂ 'ਤੇ ਕੇਂਦਰਿਤ ਰਹੇਗਾ। ਪਹਿਲੀ ਗੱਲ, ਜਦੋਂ ਅਸੀਂ ਗੱਲ ਕਰਾਂਗੇ ਕਿ ਧਰਮ ਅਤੇ ਭਾਸ਼ਾ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਅਤੇ ਫਿਰ ਇਹਨਾਂ ਦਾ ਸਿੱਖਾਂ ਦੇ ਨਾਲ ਅਤੇ ਸਿੱਖ ਰਾਜਨੀਤੀ ਦੇ ਨਾਲ ਕੀ ਸੰਬੰਧ ਹੈ, ਇਹ ਸਾਡੀ ਇੱਕ ਬੁਨਿਆਦੀ ਨੁਕਤਾ ਹੈ ਜਿੱਥੋਂ ਸਾਰੀਆਂ ਪਰਤਾਂ ਖੁੱਲ੍ਹਣਗੀਆਂ। ਕੱਲ੍ਹ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਪੰਜਾਬੀ ਭਾਸ਼ਾ ਪਰਿਵਾਰ ਦੀ ਭਾਸ਼ਾ ਬਣੇ, ਰੁਜ਼ਗਾਰ ਦੀ ਭਾਸ਼ਾ ਬਣੇ, ਸਰਕਾਰ ਦੀ ਭਾਸ਼ਾ ਬਣੇ, ਪਰੰਤੂ ਪੰਜਾਬੀ ਭਾਸ਼ਾ, ਮੈਨੂੰ ਇਹ ਗੱਲ ਕਹਿੰਦੇ ਹੋਏ ਬੜਾ ਅਫਸੋਸ ਹੈ ਕਿ ਨਾ ਪੰਜਾਬੀ ਭਾਸ਼ਾ ਪਰਿਵਾਰ ਦੀ ਭਾਸ਼ਾ ਬਣ ਸਕੀ, ਨਾ ਰੁਜ਼ਗਾਰ ਦੀ ਭਾਸ਼ਾ ਬਣਾਈ ਗਈ, ਅਤੇ ਸਰਕਾਰ ਦੀ ਤਾਂ ਫਿਰ ਭਾਸ਼ਾ ਇਹ ਬਣਨੀ ਕਿੱਦਾਂ ਸੀ, ਕਿਉਂ ਨਹੀਂ ਬਣ ਸਕੀ। ਜਦੋਂ ਅਸੀਂ ਗੱਲ ਕਰਾਂਗੇ ਨਿੱਜੀ ਤੌਰ 'ਤੇ, ਅਸੀਂ ਵਿਅਕਤੀਗਤ ਤੌਰ 'ਤੇ ਤਾਂ ਜਿਹੜਾ ਸਿੱਖ ਭਾਈਚਾਰਾ ਹੈ, ਪੰਜਾਬੀ ਭਾਸ਼ਾ ਨੂੰ ਅਸੀਂ ਇਕੱਲੇ ਜੇਕਰ ਮਿਸਾਲ ਲਈਏ ਤਾਂ ਬਹੁਤ ਮਿਸਾਲਾਂ ਲੈ ਲਾਂਗੇ ਕਿ ਕੋਈ ਇੱਦਾਂ ਦੇ ਵੀ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਨੇ, ਪਰੰਤੂ ਮਸਲਾ ਅਸੀਂ ਇੱਕ ਕਮਿਊਨਿਟੀ ਜਾਂ ਇੱਕ ਸਮੁਦਾਇ ਦੇ ਤੌਰ 'ਤੇ ਸੋਚਣ ਵਾਲੀ ਗੱਲ ਹੈ
ਕਿ ਜਿਸ ਭਾਸ਼ਾ ਦੇ ਵਿੱਚ ਗੁਰੂ ਮਹਾਰਾਜ ਨੇ ਬਾਣੀ ਰਚੀ ਹੋਵੇ, ਜਿਸ ਭਾਸ਼ਾ ਦਾ ਨਾਂ ਗੁਰਮੁਖੀ ਹੋਵੇ, ਤੇ ਅਸੀਂ ਜਿੱਥੇ ਗੁਰੂ ਦਾ ਸਤਿਕਾਰ ਕਰਨ ਦੀ ਗੱਲ ਕਰਦੇ ਹਾਂ, ਤੇ ਮੈਂ ਕਹਾਂਗਾ ਕਿ ਅਸੀਂ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ। ਜੇਕਰ ਅਸੀਂ ਭਾਸ਼ਾ ਦਾ ਸਤਿਕਾਰ ਕਰਾਂਗੇ ਫਿਰ ਹੀ ਅਸੀਂ ਗੁਰਬਾਣੀ ਦਾ ਅਤੇ ਗੁਰੂ ਦਾ ਸਤਿਕਾਰ ਕਰਾਂਗੇ। ਜਿਹੜਾ ਇੱਕ ਡਿਕਲਾਈਨ ਹੈ, ਇਹਨੂੰ ਤੁਸੀਂ ਸਾਡੀ ਰਿਲੀਜੀਅਸ ਲਾਈਫ ਦੇ ਡਿਕਲਾਈਨ ਦੇ ਤੌਰ 'ਤੇ ਵੀ ਦੇਖ ਸਕੋਗੇ, ਸਾਡੀ ਭਾਸ਼ਾ ਦੇ ਤੌਰ ਦੇ ਡਿਕਲਾਈਨ ਦੇ ਵਿੱਚ ਦੇਖੋਗੇ, ਔਰ ਰੁਜ਼ਗਾਰ ਦੇ ਡਿਕਲਾਈਨ ਦੇ ਤੌਰ 'ਤੇ। ਇਹ ਸਾਰਾ ਕੁਝ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਇਸ ਮਸਲੇ ਨੂੰ ਸਮਝਣ ਦੇ ਲਈ ਸਾਨੂੰ ਥੋੜ੍ਹਾ ਪਿੱਛੇ ਜਾਣਾ ਪਏਗਾ। ਪਿੱਛੇ ਇਸ ਕਰਕੇ ਕਿਉਂਕਿ ਮੈਂ ਧਰਮ ਦਾ ਵਿਦਿਆਰਥੀ ਹਾਂ। ਧਰਮ ਦੇ ਵਿੱਚ ਇੱਕ ਮੁੱਢਲੀ ਜਿਹੜੀ ਧਰਮ ਦੀ ਫੋਰਮ ਹੈ, ਉਹਨੂੰ ਤੁਸੀਂ ਜਾਦੂ ਦੇ ਤੌਰ 'ਤੇ ਜਾਣਦੇ ਹੋਵੋਗੇ। ਜਾਦੂ ਜਦੋਂ ਹਿਸਟੋਰੀਕਲ ਧਰਮ ਨਹੀਂ ਆਏ ਸੀ, ਜਾਦੂਗਰ ਜਾਂ ਜਿਨ੍ਹਾਂ ਨੂੰ ਅਸੀਂ ਸਿਆਣੇ ਕਹਿੰਦੇ ਹਾਂ, ਉਹਨਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਸੀ ਕਿ ਜਿਹੜੇ ਸਿਆਣੇ ਨੇ ਉਹਨਾਂ ਦੀ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਭਾਵ ਕਿ ਜੋ ਉਹਨਾਂ ਨੇ ਗੱਲ ਕਰਨੀ ਹੈ, ਜਿੱਦਾਂ ਦੀ ਆਪਾਂ ਇਹ ਗੱਲ ਕਰ ਲਈਏ, ਜੋ ਤੰਤਰ ਮੰਤਰ ਉਹਨਾਂ ਨੇ ਪੜ੍ਹਨੇ ਨੇ, ਉਹ ਆਮ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆਉਂਦੇ, ਜਾਂ ਆਮ ਲੋਕਾਂ ਤੋਂ ਉਹ ਵੱਖਰੀ ਭਾਸ਼ਾ ਬੋਲਦੇ ਹੈ। ਪਰੰਤੂ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਮਿਹਰ ਕੀਤੀ ਕਿ ਉਹਨਾਂ ਨੇ ਅਜਿਹੀ ਭਾਸ਼ਾ ਜਿਹੜੀ ਲੋਕਾਂ ਦੀ ਭਾਸ਼ਾ ਨਾ ਹੋਵੇ। ਕਿਉਂਕਿ ਜਦੋਂ ਅਸੀਂ ਪੁਰਾਣੇ ਪ੍ਰਾਚੀਨ ਧਰਮ ਦੀ ਗੱਲ ਕਰਾਂਗੇ, ਪ੍ਰਾਚੀਨ ਧਰਮ ਦੇ ਵਿੱਚ ਜਿਹੜੀ ਪ੍ਰੋਹਿਤ ਕਲਾਸ ਹੈ, ਜਿਹੜੀ ਪ੍ਰੀਸਟ ਕਲਾਸ ਹੈ, ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਸੀ, ਉਹ ਆਮ ਲੋਕਾਂ ਦੀ ਭਾਸ਼ਾ ਨਹੀਂ ਵਰਤਦੇ ਸੀ। ਇਸ ਕਰਕੇ ਇਹ ਗੱਲ ਬਣਾ ਦਿੱਤੀ ਗਈ ਕਿ ਰਿਸ਼ੀਆਂ ਦੀ ਜਾਂ ਫਿਰ ਜਿਹੜੇ ਧਾਰਮਿਕ ਤੌਰ 'ਤੇ ਆਪਣੇ ਆਪ ਨੂੰ ਆਗੂ ਕਹਾਉਣ ਵਾਲੇ ਲੋਕ ਨੇ, ਉਹਨਾਂ ਦੀ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਦੇ ਨਾਲੋਂ ਵੱਖਰੀ ਹੈ। ਪਰੰਤੂ ਜਿਵੇਂ ਆਪਾਂ ਗੱਲ ਕੀਤੀ, ਸਾਡੇ ਉੱਤੇ ਮਿਹਰ ਹੋਈ, ਗੁਰੂ ਮਹਾਰਾਜ ਨੇ ਆਪਣੀ ਬਾਣੀ ਸਾਨੂੰ ਸਾਡੀ ਭਾਸ਼ਾ ਦੇ ਵਿੱਚ, ਭਾਵ ਲੋਕਾਂ ਦੀ ਭਾਸ਼ਾ ਦੇ ਵਿੱਚ ਦਿੱਤੀ। ਅਤੇ ਜਿਹੜੀ ਗੁਰਮੁਖੀ ਹੈ ਜਾਂ ਸਾਡੀ ਪੰਜਾਬੀ ਭਾਸ਼ਾ ਦਾ ਸੁਭਾਅ ਹੈ, ਜਦੋਂ ਅਸੀਂ ਭਾਸ਼ਾ ਵਿਗਿਆਨੀਆਂ ਦੀਆਂ ਲਿਖਤਾਂ ਪੜ੍ਹਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਮੁਖੀ ਦਾ ਸੁਭਾਅ ਇੱਦਾਂ ਦਾ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਿਸ਼ਰਤ ਜਾਂ ਇੱਕ ਫਲੈਕਸੀਬਲ, ਕਿ ਇਸ ਭਾਸ਼ਾ ਦੇ ਵਿੱਚ ਲਚਕਤਾ ਬਹੁਤ ਹੈ। ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਲੈਣ ਦੇ ਵਿੱਚ, ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣ ਦੇ ਵਿੱਚ ਜਿਹੜਾ ਇੱਕ ਵਿਅਕਤੀ ਗੁਰਮੁਖੀ ਜਾਣਦਾ ਹੈ, ਉਹਨੂੰ ਕੋਈ ਔਖ ਨਹੀਂ ਆਉਂਦੀ। ਹੁਣ ਜਿੱਥੇ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਗੁਰਬਾਣੀ ਰਚੀ ਗਈ ਹੈ, ਗੁਰੂ ਮਹਾਰਾਜ ਨੇ ਗੁਰਬਾਣੀ ਰਚ ਕੇ ਸਾਨੂੰ ਹਰ ਇੱਕ ਨੂੰ ਸੱਚ ਦੇ ਨਾਲ ਜੋੜਨ ਦਾ ਸੰਦੇਸ਼ ਦਿੱਤਾ। ਅਤੇ ਜਿਹੜੇ ਲੋਕ ਸੱਚ ਦੇ ਜਾਂ ਧਰਮ ਦੇ ਠੇਕੇਦਾਰ ਕਹਾਉਂਦੇ ਸੀ, ਉਹਨਾਂ ਲੋਕਾਂ ਨੇ ਸਮਾਜ ਨੂੰ ਵਰਨਾਂ ਦੇ ਵਿੱਚ ਪਹਿਲਾਂ 4 ਵਰਨ ਬਣਾਏ, ਫਿਰ ਹਜ਼ਾਰਾਂ ਜਾਤਾਂ ਬਣਾਈਆਂ। ਪਰੰਤੂ ਗੁਰੂ ਮਹਾਰਾਜ ਨੇ ਉਹ ਜਿਹੜੀਆਂ ਹੱਦਬੰਦੀਆਂ ਬਣਾਈਆਂ ਹੋਈਆਂ ਸੀ, ਉਹਨਾਂ ਨੂੰ ਚੁਣੌਤੀ ਦਿੱਤੀ। ਸਭੇ ਸਾਂਝੀ ਵਾਲ ਸਦਾਇਣ ਦਾ, ਜਾਂ ਅਵਲ ਅੱਲ੍ਹੈ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇਹ ਤੁਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਰੇ ਜਿਹੜੇ ਅਹੁਦੇਦਾਰ ਅਤੇ ਜਿਹੜੇ ਇਹਦੇ 'ਚ ਕਾਰਜਸ਼ੀਲ ਮੈਂਬਰ ਨੇ, ਇਹ ਸਾਰੇ ਜਾਣਦੇ ਆ ਕਿ ਇਕਸਾਰਤਾ ਦਾ, ਸਮਾਨਤਾ ਦਾ, ਸਮਾਜਿਕ ਬਰਾਬਰੀ ਦਾ ਜਿਹੜਾ ਸੰਦੇਸ਼ ਹੈ, ਇਹਦੇ ਨਾਲ ਹੀ ਸਾਡੀ ਪੰਜਾਬੀ ਜਾਂ ਗੁਰਮੁਖੀ ਭਾਸ਼ਾ ਦਾ ਸੰਬੰਧ ਹੈ। ਸੋ ਜਦੋਂ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਸੀ, ਜਿਹੜੇ ਲੋਕਾਂ ਨੇ ਸਮਾਜ ਨੂੰ ਵੰਡਣਾ ਸੀ, ਉਹਨਾਂ ਨੇ ਉੱਦਾਂ ਦੀ ਭਾਸ਼ਾ ਵਰਤੀ। ਪਰੰਤੂ ਜਿਨ੍ਹਾਂ ਨੇ ਸਮਾਜ ਨੂੰ ਜੋੜਨਾ ਸੀ, ਗੁਰਬਾਣੀ ਕਿਉਂਕਿ ਪ੍ਰੇਮ ਹੈ, ਸਮਾਜ ਨੂੰ ਜੋੜਨ ਦਾ ਸੰਦੇਸ਼ ਹੈ, ਇਸ ਕਰਕੇ ਗੁਰੂ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ, ਅਕਾਲ ਪੁਰਖ ਸੱਚੇ ਪਾਤਸ਼ਾਹ ਨੇ, ਕਿ ਉਹ ਜਿਹੜਾ ਸੰਦੇਸ਼ ਆ ਸਾਨੂੰ ਸਾਡੀ ਲੋਕਾਂ ਦੀ ਭਾਸ਼ਾ ਦੇ ਵਿੱਚ ਸਾਡੇ ਕੋਲ ਆਇਆ। ਦੂਸਰੀ ਗੱਲ
ਦੂਸਰਾ ਨੁਕਤਾ ਜਿਹੜਾ ਇਹਦੇ ਨਾਲ ਸੰਬੰਧਿਤ ਹੈ ਉਹ ਇਹ ਕਿ ਸੰਸਾਰ ਦੇ ਜਿੰਨੇ ਵੀ ਧਾਰਮਿਕ ਭਾਈਚਾਰੇ ਨੇ ਜਾਂ ਧਾਰਮਿਕ ਟ੍ਰੈਡੀਸ਼ਨ ਨੇ, ਆਪਾਂ ਪਹਿਲਾਂ ਲੋਕ ਧਰਮ ਦੀ ਗੱਲ ਕਰ ਲਈ, ਹੁਣ ਆਪਾਂ ਹਿਸਟੋਰੀਕਲ ਧਰਮ ਦੀ ਗੱਲ ਕਰੀਏ। ਇਤਿਹਾਸਕ ਧਰਮਾਂ ਨੂੰ ਧਰਮ ਸ਼ਾਸਤਰੀ ਦੋ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਨੇ। ਇੱਕ ਪਾਸੇ ਸਾਮੀ ਧਰਮ, ਜਿਨ੍ਹਾਂ ਦੇ ਵਿੱਚ ਯਹੂਦੀ ਮਤ, ਈਸਾਈ ਤੇ ਇਸਲਾਮ ਆ ਜਾਂਦਾ ਹੈ। ਦੂਸਰੇ ਪਾਸੇ ਸ਼ਾਰਮਿਕ ਪਰੰਪਰਾ, ਜਿਨ੍ਹਾਂ ਦੇ ਵਿੱਚ ਤੁਸੀਂ ਜੈਨ ਮਤ, ਬੁੱਧ ਮਤ ਤੇ ਹਿੰਦੂ ਮਤ ਨੂੰ ਸ਼ਾਮਲ ਕਰ ਸਕਦੇ ਹੋ। ਤੇ ਜਦੋਂ ਅਸੀਂ ਗੁਰਮਤ ਦੀ ਗੱਲ ਕਰਦੇ ਹਾਂ, ਗੁਰਮਤ ਨੂੰ ਕਈ ਲੋਕ ਸ਼ਰਮਨਿਕ ਪਰੰਪਰਾ ਦੇ ਵਿੱਚ ਜਾਂ ਇਹਨੂੰ ਕਹਿਣਗੇ ਕਿ ਇੰਡੀਅਨ ਪਰੰਪਰਾ ਦਾ ਧਰਮ ਹੈ, ਇਸ ਕੈਟੇਗਰੀ 'ਚ ਰੱਖ ਲੈਂਦੇ ਨੇ। ਪਰੰਤੂ ਗੁਰਮਤ ਜਿਹੜੀ ਹੈ, ਨਾ ਅਸੀਂ ਇਹਨੂੰ ਸਾਮੀ ਪਰੰਪਰਾ ਦੇ ਵਿੱਚ ਰੱਖ ਸਕਾਂਗੇ, ਨਾ ਅਸੀਂ ਸ਼ਰਮਿਕ ਪਰੰਪਰਾ ਦੇ ਵਿੱਚ ਰੱਖਾਂਗੇ। ਕਿਉਂ ਨਹੀਂ ਰੱਖ ਸਕਦੇ? ਕਿਉਂਕਿ ਗੁਰਮਤ ਦਾ ਇਹਨਾਂ ਸਾਰੀਆਂ ਪਰੰਪਰਾਵਾਂ ਦੇ ਨਾਲ ਇੱਕ ਸੰਵਾਦ ਹੈ। ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਾਂਗੇ, ਗੁਰਬਾਣੀ ਦੇ ਵਿੱਚ ਇੱਕ ਪਾਸੇ ਮੁੱਲਿਆਂ ਮਲਾਣਿਆਂ ਦੇ ਨਾਲ, ਜੋਗੀਆਂ ਦੇ ਨਾਲ, ਸੰਨਿਆਸੀਆਂ ਦੇ ਨਾਲ, ਪੰਡਤਾਂ ਦੇ ਨਾਲ, ਹਰ ਇੱਕ ਦੇ ਨਾਲ ਗੁਰਬਾਣੀ ਦੇ ਵਿੱਚ ਸੰਵਾਦ ਰਚਾਇਆ ਗਿਆ। ਸੋ ਜਦੋਂ ਅਸੀਂ ਗੁਰਮੁਖੀ ਦੀ ਗੱਲ ਕਰਦੇ ਹਾਂ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਗੁਰਮੁਖੀ ਇੱਕੋ ਇੱਕ ਅਜਿਹੀ ਭਾਸ਼ਾ ਹੈ ਜਿਹੜੀ ਸੰਸਾਰ ਦੇ ਸਾਰੀਆਂ ਧਾਰਮਿਕ ਪਰੰਪਰਾਵਾਂ ਦੇ ਨਾਲ ਸੰਵਾਦ ਰਚਾਉਣ ਦੀ ਸਮਰੱਥਾ ਰੱਖਦੀ ਹੈ। ਤੇ ਇਹ ਜਿਹੜੀ ਸਮਰੱਥਾ ਹੈ, ਇਕੱਲੀ ਗੱਲ ਕਹਿਣ ਨੂੰ ਨਹੀਂ ਹੈ। ਗੁਰਬਾਣੀ ਦੇ ਵਿੱਚੋਂ ਸਾਨੂੰ ਇਹ ਪ੍ਰਮਾਣ ਮਿਲਦੇ ਨੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਦਾਸੀਆਂ ਕੀਤੀਆਂ ਤੇ ਹਰ ਇੱਕ ਦੇ ਨਾਲ ਸੰਵਾਦ ਰਚਾਇਆ। ਤੇ ਦੂਸਰੀ ਜਿਹੜੀ ਮਹੱਤਵਪੂਰਨ ਗੱਲ ਜਦੋਂ ਅਸੀਂ ਇਤਿਹਾਸਕ ਧਰਮਾਂ ਦੇ ਸੰਦਰਭ ਦੇ ਵਿੱਚ ਕਰਨੀ ਹੈ ਤਾਂ ਉਹ ਇਹ ਕਿ ਦੁਨੀਆ ਭਰ ਦੇ ਜਿਹੜੇ ਵੱਖ-ਵੱਖ ਧਾਰਮਿਕ ਭਾਈਚਾਰੇ ਨੇ, ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ, ਜਿਨ੍ਹਾਂ ਦੇ ਲਈ ਸਕਾਲਰ ਇੱਕ ਸ਼ਬਦ ਵਰਤਦੇ ਸਕ੍ਰਿਪਚਰ, ਹਰ ਇੱਕ ਧਰਮ ਦੀ ਜਿਹੜੀ ਸਕ੍ਰਿਪਚਰ ਹੈ ਉਹਦੀ ਭਾਸ਼ਾ ਇੱਕ ਹੈ, ਪਰੰਤੂ ਉਹਨਾਂ ਦੀ ਭਾਸ਼ਾ ਇਕਹਿਰੀ ਹੈ। ਤੇ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਦੀ ਗੱਲ ਕਰਦੇ ਹਾਂ, ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਤਿਆਰ ਕੀਤਾ। ਪਰੰਤੂ ਇਸ ਗ੍ਰੰਥ ਦੀ ਇਹ ਖੂਬਸੂਰਤੀ ਹੈ ਕਿ ਇਹਦੇ ਵਿੱਚ ਘੱਟੋ ਘੱਟ 15 ਭਾਸ਼ਾਵਾਂ, 15 ਬੋਲੀਆਂ ਇੱਕ ਗ੍ਰੰਥ ਦੇ ਵਿੱਚ, ਇੱਕ ਸਕ੍ਰਿਪਚਰ ਦੇ ਵਿੱਚ, ਇੱਕ ਸਾਂਝੀ ਬਾਣੀ ਦੇ ਰੂਪ 'ਚ ਸਾਨੂੰ ਗੁਰੂ ਮਹਾਰਾਜ ਨੇ ਦਿੱਤੀਆਂ ਨੇ। ਸੋ ਜਿਸ ਤਰ੍ਹਾਂ ਦਾ ਸਾਡਾ ਪਰਮਾਤਮਾ ਦੇ ਪ੍ਰਤੀ, ਵਾਹਿਗੁਰੂ ਦੇ ਪ੍ਰਤੀ, ਅਕਾਲ ਪੁਰਖ ਦੇ ਪ੍ਰਤੀ, ਸਤਿਗੁਰੂ ਦੇ ਪ੍ਰਤੀ, ਜੋ ਅਕਾਲ ਪੁਰਖ ਵਾਹਿਗੁਰੂ ਦੀ ਸਿਰਜਕ ਦੀ ਨੇਚਰ ਦੱਸੀ ਗਈ ਹੈ ਅਕਾਲ ਪੁਰਖ ਦੀ, ਕਿ ਅਕਾਲ ਪੁਰਖ ਜਿੱਦਾਂ ਲੋਕੀ ਗੱਲ ਕਰਦੇ ਆ ਅੰਗਰੇਜ਼ੀ ਦੇ ਵਿੱਚ, ਜਦੋਂ ਅਸੀਂ ਏਕ ਓਂਕਾਰ ਨੂੰ ਟਰਾਂਸਲੇਟ ਕਰਦੇ ਹਾਂ ਤੇ ਬਹੁਤ ਸਾਰੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚ ਇਹ ਲਿਖਿਆ ਕਿ ਸਿੱਖ ਇੱਕ ਮੋਨੋਥੀਸਟਿਕ ਰਿਲੀਜਨ ਹੈ। ਮੈਂ ਤੁਹਾਡੇ ਨਾਲ ਇਹ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਤੁਸੀਂ ਮੇਰੀ ਇਹ ਵਾਰਤਾਲਾਪ ਜਾਂ ਮੇਰੀਆਂ ਇਹ ਗੱਲਾਂ ਨੂੰ ਪੂਰੀ ਸੰਜੀਦਗੀ ਦੇ ਨਾਲ ਸਮਝ ਸਕੋਗੇ। ਇਹ ਬੜੀ ਸੀਰੀਅਸ ਗੱਲ ਹੈ ਕਿ ਅਸੀਂ ਇਹ ਕਹਿੰਦੇ ਹਾਂ ਕਿ ਸਿੱਖੀਜ਼ਮ ਇੱਕ ਮੋਨੋਥੀਸਟਿਕ ਰਿਲੀਜਨ ਹੈ, ਤੇ ਮੈਂ ਕਹਾਂਗਾ ਕਿ ਸਾਨੂੰ ਜਿਹੜੀ ਇਹ ਟਰਮ ਹੈ ਮੋਨੋਥੀਜ਼ਮ ਦੀ, ਇਹ ਕਿੱਥੋਂ ਆਈ ਹੈ? ਸੈਮਟਿਕ ਰਿਲੀਜਨ ਦੇ ਵਿੱਚੋਂ ਆਈ ਹੈ। ਪਰੰਤੂ ਸਿੱਖੀਜ਼ਮ, ਸਿੱਖ ਮਤ, ਗੁਰਮਤ ਭਾਵੇਂ ਇੱਕ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਪਰੰਤੂ ਇਹ ਇੱਕ ਰੱਬ ਨਾ ਸਾਡਾ ਇਸਲਾਮ ਵਾਲਾ ਇੱਕ ਰੱਬ ਹੈ, ਨਾ ਸਾਡਾ ਕ੍ਰਿਸਚੈਨਿਟੀ ਦੀ ਫਾਰਮ ਵਾਲਾ ਇੱਕ ਰੱਬ ਹੈ, ਤੇ ਨਾ ਹੀ ਇਹ ਵਿਦਾਂਤਕ ਇਕਹਿਰਾ ਇੱਕ ਰੱਬ ਦਾ ਸੰਕਲਪ ਹੈ। ਇਹ ਇੱਕ ਰੱਬ, ਸਿੱਖ
ਇੱਕ ਸਤਾ ਦੇ ਵਿੱਚ ਤਾਂ ਵਿਸ਼ਵਾਸ ਰੱਖਦੇ ਨੇ, ਗੁਰਮਤ ਦਾ ਜਿਹੜਾ ਇੱਕ ਸਤਾ ਦਾ, ਇੱਕ ਸੱਚ ਦਾ ਜਿਹੜਾ ਸਰੂਪ ਹੈ, ਇਹ ਦੂਸਰੇ ਅਕਹਿਰੇ ਸਰੂਪਾਂ ਦੇ ਨਾਲੋਂ ਵੱਖਰਾ ਹੈ। ਕਿਵੇਂ ਵੱਖਰਾ ਹੈ? ਕਿਉਂਕਿ ਉਹ ਆਪੇ ਇੱਕ ਵੀ ਹੈ, ਪਰੰਤੂ ਉਸੇ ਦਾ ਪਸਾਰਾ ਜਿਹੜਾ ਅਸੀਂ ਬਹੁਪੱਖੀ ਪਸਾਰਾ ਦੇਖਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਨਿਰਗੁਣ ਵੀ ਹੈ ਔਰ ਸਰਗੁਣ ਵੀ ਹੈ, ਅਤੇ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਆ ਕਿ ਹਰ ਆਪੇ ਇੱਕ ਰੰਗ ਹੈ, ਆਪੇ ਬਹੁ ਰੰਗੀ। ਅਤੇ ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ, ਪੰਜਾਬੀ ਭਾਸ਼ਾ ਉਹ ਇੱਕ ਗੁਰਮੁਖੀ ਭਾਸ਼ਾ ਹੋਣ ਕਰਕੇ ਇਹਦੀ ਜਿਹੜੀ ਵਿਲੱਖਣਤਾ ਹੈ ਕਿ ਇਹ ਬਾਕੀ ਬੋਲੀਆਂ ਨੂੰ ਆਪਣੇ ਸਰੂਪ ਦੇ ਵਿੱਚ ਢਾਲ ਸਕਦੀ ਹੈ। ਅਤੇ ਇਹਦਾ ਜੇਕਰ ਤੁਸੀਂ ਸਬੂਤ ਲੈਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਮਹਾਰਾਜ ਜਿਹੜੀ ਬਾਣੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਤੇ ਇਕਹਿਰਾਪਣ, ਹੁਣ ਆਪਾਂ ਆਈਏ ਰਾਜਨੀਤੀ ਵੱਲ। ਜਿਹੜੀ ਰਾਜਨੀਤੀ ਹੈ ਜਾਂ ਜਿਹੜੇ ਰਾਜਨੀਤਿਕ ਪ੍ਰਬੰਧ ਨੇ, ਉਹ ਮੈਂ ਕਹਾਂਗਾ ਕਿ ਉਹ ਗੁਰਮਤ ਦੇ ਅਸੂਲਾਂ ਦੇ ਮੁਤਾਬਕ ਉਸਰੇ ਹੋਏ ਨਹੀਂ। ਇਹ ਸਾਡੇ ਲੋਕਾਂ ਦੇ ਉੱਤੇ ਠੋਸੇ ਜਾ ਰਹੇ ਨੇ। ਜਿਹੜੇ ਮਾਡਰਨ ਪੋਲੀਟੀਕਲ ਸਿਸਟਮ ਹੈ, ਇਹਦਾ ਤੇ ਗੁਰਮਤ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਆਪਾਂ ਨੂੰ ਇਹਦੇ ਲਈ ਮਾਡਰਨਿਟੀ ਨੂੰ ਸਮਝਣਾ ਪਏਗਾ। ਫਿਰ ਹੀ ਸਾਨੂੰ ਭਾਸ਼ਾਵਾਂ ਦੀ ਜਿਹੜੀ ਰਾਜਨੀਤੀ ਹੈ ਸਮਝ ਦੇ ਵਿੱਚ ਆਏਗੀ। ਆਧੁਨਿਕਤਾ ਜਦੋਂ ਸ਼ੁਰੂ ਹੁੰਦੀ ਹੈ, ਇੱਕ ਪੁਰਾਣੀਆਂ ਰਵਾਇਤਾਂ ਨੂੰ, ਅੰਧ ਵਿਸ਼ਵਾਸ ਨੂੰ, ਲੋਕਾਂ ਦੇ ਜਿਹੜੀ ਪਿਛਾਕੜੀ ਸੋਚ ਹੈ, ਇਹਨੂੰ ਚੁਣੌਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਉਸੇ ਸਮੇਂ ਯੂਰਪ ਦੇ ਵਿੱਚ ਇੱਕ ਮਾਡਰਨਿਟੀ ਦੀ ਮੂਵਮੈਂਟ ਸ਼ੁਰੂ ਹੁੰਦੀ ਹੈ। ਦੋਨਾਂ ਦੇ ਵਿੱਚ ਇੱਕ ਬੁਨਿਆਦੀ ਮੂਲ ਰੂਪ ਦੇ ਵਿੱਚ ਵਖਰੇਵਾਂ ਹੈ। ਭਾਵੇਂ ਕਿ ਅੰਧ ਵਿਸ਼ਵਾਸ ਨੂੰ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਮੈਜਿਕ ਹੈ, ਲੋਕ ਜਾਦੂ ਦੇ ਵਿੱਚ, ਅੰਧ ਵਿਸ਼ਵਾਸ ਦੇ ਵਿੱਚ ਯਕੀਨ ਰੱਖਦੇ ਸੀ, ਉਹਨੂੰ ਵੀ ਚੁਣੌਤੀ ਗੁਰਬਾਣੀ ਨੇ ਦਿੱਤੀ ਹੈ। ਮਾਡਰਨਿਟੀ ਨੇ ਵੀ ਅੰਧ ਵਿਸ਼ਵਾਸ ਨੂੰ ਚੁਣੌਤੀ ਦਿੱਤੀ ਹੈ, ਪਰੰਤੂ ਦੋਨਾਂ ਦੇ ਵਿੱਚ ਇੱਕ ਵਖਰੇਵਾਂ ਹੈ। ਵਖਰੇਵਾਂ ਕੀ ਹੈ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੱਚ ਦੇ ਨਾਲ ਜੁੜਨ ਦੇ ਲਈ ਕਿਹਾ ਗਿਆ, ਪਰੰਤੂ ਜਿਹੜੀ ਮਾਡਰਨਿਟੀ ਨੇ ਜਿਹੜੇ ਸਾਨੂੰ ਸਿਸਟਮ ਦਿੱਤੇ, ਉਹਦੇ ਵਿੱਚੋਂ ਜੋ ਫਰਾਂਸ ਦੀ ਕ੍ਰਾਂਤੀ ਬਾਅਦ ਦੇ ਵਿੱਚ ਆਉਂਦੀ ਹੈ, ਇੱਕ ਇਨਲਾਈਟਨਮੈਂਟ ਦੀ ਜਿਹੜੀ ਮੂਵਮੈਂਟ ਆਉਂਦੀ ਹੈ। ਇਨਲਾਈਟਨਮੈਂਟ ਮਾਡਰਨਿਟੀ ਦੀ ਸਿਖਰ ਜਾਂ ਉਹਦੀ ਇੱਕ ਫਿਲਾਸਫੀਕਲ ਹਾਈਟ ਹੈ, ਜਿਹਦਾ ਪ੍ਰਤੀਨਿਧ ਇੱਕ ਬੜਾ ਦੁਨੀਆ ਦਾ ਮਸ਼ਹੂਰ ਸਕਾਲਰ, ਜਿਹਦਾ ਨਾਂ ਅਸੀਂ ਇਮਾਨੁਏਲ ਕਾਂਤ ਕਹਿੰਦੇ ਹਾਂ। ਕਾਂਤ ਨੇ ਇਹ ਗੱਲ ਕਹੀ ਕਿ ਸਾਨੂੰ ਰੀਜ਼ਨ ਦੀ ਗੱਲ ਕਰਨੀ ਚਾਹੀਦੀ ਹੈ। ਜਿੱਥੇ ਵਿਵੇਕ ਨਹੀਂ ਹੈ, ਜਿੱਥੇ ਰੀਜ਼ਨ ਨਹੀਂ ਹੈ, ਸਾਨੂੰ ਉਹ ਗੱਲ ਨਹੀਂ ਕਰਨੀ ਚਾਹੀਦੀ। ਅਤੇ ਨਾਲ ਦੀ ਨਾਲ ਉਹਨੇ ਗੱਲ ਕਹਿ ਦਿੱਤੀ ਕਿ ਧਰਮ ਦੇ ਵਿੱਚ ਰੀਜ਼ਨ ਨਹੀਂ ਹੈ, ਇਸ ਕਰਕੇ ਫਿਲਾਸਫਰ ਨੂੰ ਧਰਮ ਦੀ ਗੱਲ ਨਹੀਂ ਕਰਨੀ ਚਾਹੀਦੀ। ਅਤੇ ਬਾਅਦ ਦੇ ਵਿੱਚ ਫਰਾਂਸ ਦੇ ਵਿੱਚ ਪੋਲੀਟੀਕਲ ਰੈਵੋਲੂਸ਼ਨ ਹੁੰਦਾ, ਜਿੱਥੇ ਰਿਲੀਜਨ ਅਤੇ ਪੋਲੀਟਿਕਸ ਨੂੰ ਅਲੱਗ ਕਰ ਦਿੱਤਾ ਗਿਆ। ਅੱਜ ਫਰਾਂਸ ਦੇ ਵਿੱਚ ਕੀ ਹੋ ਰਿਹਾ ਹੈ, ਦੁਨੀਆ ਪੱਧਰ 'ਤੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਉਹ ਤੁਹਾਡੇ ਸਾਹਮਣੇ ਨੇ। ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਮਾਡਰਨਿਟੀ ਨੇ ਜਿਹੜਾ ਸਾਨੂੰ ਸਿਸਟਮ ਦਿੱਤਾ ਜਾਂ ਪ੍ਰਬੰਧ ਦਿੱਤਾ, ਉਹ ਇਕਹਿਰਾ ਪ੍ਰਬੰਧ ਦਿੱਤਾ ਹੈ। ਗੁਰਬਾਣੀ ਦਾ, ਗੁਰਮੁਖੀ ਦਾ ਜਿਹੜਾ ਸਾਡੇ ਕੋਲ ਪ੍ਰਬੰਧ ਹੈ, ਉਹ ਹੈਗਾ ਬਹੁਲਤਾਵਾਦ, ਇੱਕ ਪੁਲਰਿਸਟਿਕ, ਕਿ ਇੱਕ ਬਾਗ ਦੇ ਵਿੱਚ ਇੱਕੋ ਜਿਹੇ ਫੁੱਲ ਨਾ ਖਿੜਨ, ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜਨ। ਜਦੋਂ ਅਸੀਂ ਇਕਹਿਰਾਪਣ ਲੈ ਕੇ ਆਵਾਂਗੇ ਤਾਂ ਫਿਰ ਜਿਹੜੇ ਦੂਸਰੀਆਂ ਭਾਸ਼ਾਵਾਂ ਨੇ, ਦੂਸਰੇ ਧਰਮ ਦੇ ਲੋਕ ਨੇ, ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਏਗਾ। ਅਤੇ ਜਿਹੜੇ ਵੀ ਸਿਸਟਮ ਨੇ, ਚਾਹੇ ਤੁਸੀਂ ਫਰਾਂਸ ਦੀ ਗੱਲ ਕਰ ਲਓ ਜਾਂ ਫਿਰ ਇੰਡੀਅਨ ਪੋਲੀਟੀਕਲ ਸਿਸਟਮ ਦੀ ਗੱਲ ਕਰ ਲਓ, ਜਿਹਦੇ ਬਾਰੇ ਕੱਲ੍ਹ ਦੇ ਵੈਬੀਨਾਰ ਦੇ ਵਿੱਚ ਵੀ ਗੱਲ ਹੋਈ ਸੀ, ਇਹ ਯੂਨੀਫਾਰਮਿਟੀ ਲੈਣ ਵਾਲੇ ਨੇ। ਯੂਨੀਫਾਰਮਿਟੀ ਕਿੱਥੋਂ ਸ਼ੁਰੂ ਹੋਈ? ਮਾਡਰਨਿਟੀ ਦੇ ਵਿੱਚੋਂ।
ਮਾਡਰਨਿਟੀ ਨੇ ਦੁਨੀਆ ਨੂੰ ਦੋ ਪ੍ਰਬੰਧ ਦਿੱਤੇ ਨੇ। ਇੱਕ ਪਾਸੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੂੰਜੀਵਾਦ, ਦੂਸਰਾ ਸਮਾਜਵਾਦ। ਦੋਨਾਂ ਨੇ ਜਿਹੜੇ ਦੁਨੀਆ ਪੱਧਰ 'ਤੇ ਪ੍ਰਬੰਧ ਉਸਾਰੇ ਨੇ ਉਹ ਅਕਹਿਰੇਪਣ ਵਾਲੇ ਨੇ। ਪਰੰਤੂ ਜਿਹੜਾ ਗੁਰਬਾਣੀ ਦਾ ਜਿਹੜਾ ਗੁਰਮਤ ਦਾ ਜਿਹੜਾ ਮਾਡਲ ਹੈ ਉਹ ਬਨਸਬਨਤਾ ਵਾਲਾ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ, ਹਰ ਆਪੇ ਇੱਕ ਰੰਗ ਹੈ, ਆਪੇ ਬਹੁ ਰੰਗੀ, ਭਾਵ ਕਿ ਵੱਖ-ਵੱਖ ਰੰਗਾਂ ਨੂੰ ਖਿੜਨ ਦਾ, ਵੱਖ-ਵੱਖ ਫੁੱਲਾਂ ਨੂੰ ਖਿੜਨ ਦਾ ਮੌਕਾ ਮਿਲੇ, ਜ਼ਿੰਦਗੀ ਨੂੰ ਖਿੜਨ ਦਾ, ਜ਼ਿੰਦਗੀ ਨੂੰ ਵਿਕਸਣ ਦਾ ਮੌਕਾ ਮਿਲੇ। ਸੋ ਜਦੋਂ ਅਸੀਂ ਭਾਸ਼ਾ ਦੇ ਨਾਲ, ਪੰਜਾਬੀ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਸਮਝ ਦੇ ਵਿੱਚ ਪੈਂਦੀ ਹੈ ਕਿ ਜਿਹੜੇ ਵੀ ਇਹ ਸਿਸਟਮ ਨੇ ਮਾਡਰਨਿਟੀ ਵੱਲੋਂ ਕ੍ਰੀਏਟ ਕੀਤੇ ਹੋਏ, ਇਹ ਇਕਸਾਰਤਾ ਲੈ ਕੇ ਆਉਂਦੇ ਨੇ ਔਰ ਇਹਨਾਂ ਦੇ ਵਿੱਚ ਡੋਮੀਨੇਸ਼ਨ ਹੈ। ਜਦੋਂ ਤੁਸੀਂ ਪੋਲੀਟਿਕਸ ਦੀ ਡੈਫੀਨੇਸ਼ਨ ਦੇਖੋਗੇ, ਜਿਨ੍ਹਾਂ ਨੇ ਪੋਲੀਟੀਕਲ ਸਾਇੰਸ ਪੜ੍ਹੀ ਹੈ, ਪੋਲੀਟਿਕਸ ਦੀ ਪਰਿਭਾਸ਼ਾ ਹੀ ਇਹ ਹੈ ਕਿ ਇਟ ਇਜ਼ ਸਟਰਗਲ ਫਾਰ ਪਾਵਰ, ਕਿ ਸ਼ਕਤੀ ਹਾਸਲ ਕਰਨ ਦੀ ਸਟਰਗਲ ਹੈ। ਪਰੰਤੂ ਗੁਰਬਾਣੀ ਦਾ ਜਿਹੜਾ ਮਾਡਲ ਹੈ ਉਹਦੇ ਵਿੱਚ ਤਾਂ ਸਾਨੂੰ ਇਹ ਕਿਹਾ ਗਿਆ ਕਿ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਅਸੀਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਦੋਂ ਅਸੀਂ ਵਾਹਿਗੁਰੂ ਸ਼ਬਦ ਦੇ ਜੇਕਰ ਤੁਸੀਂ ਅਰਥ ਕਰੋਗੇ, ਇਹਦਾ ਮਤਲਬ ਵਾਹ ਦਾ ਮਤਲਬ ਹੈ ਕਿ ਵੰਡਰਸ। ਗੁਰੂ ਕੀ ਹੈ? ਸ਼ਬਦ। ਗੁਰਬਾਣੀ ਦੇ ਵਿੱਚ ਸ਼ਬਦ ਨੂੰ ਗੁਰੂ ਦਾ ਰੁਤਬਾ ਦਿੱਤਾ ਗਿਆ ਕਿ ਜਿਹੜਾ ਬਿਸਮਤ ਵੰਡਰਸ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਅਤੇ ਵਾਹਿਗੁਰੂ ਭਾਵ ਸਾਡੀ ਸਾਰਿਆਂ ਦੀ ਜਿਹੜੀ ਉਤਪਤੀ ਦਾ ਆਧਾਰ ਕੀ ਹੈ? ਉਹ ਸ਼ਬਦ ਹੈ। ਅਤੇ ਸ਼ਬਦ ਦੇ ਨਾਲ ਅਸੀਂ ਵਿਕਸਣਾ, ਅਤੇ ਸ਼ਬਦ ਦੇ ਨਾਲ ਅਸੀਂ ਮੋਲਣਾ, ਅਤੇ ਸ਼ਬਦ ਜਿੰਦਾ ਰਹਿਣਾ ਚਾਹੀਦਾ ਹੈ। ਸੋ ਜਦੋਂ ਗੁਰੂ ਮਹਾਰਾਜ ਨੇ ਸਾਨੂੰ ਇਹ ਨਾਅਰਾ ਦਿੱਤਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤਾਂ ਅਸੀਂ ਉਸ ਸ਼ਬਦ ਦੇ ਸਿਰਜੇ ਹੋਏ ਹਾਂ। ਸਾਨੂੰ ਉਸ ਸਿਰਜਕ ਦੇ ਨਾਲ ਮਹਾਰਾਜ ਨੇ ਜੋੜਿਆ ਅਤੇ ਜਿੱਤ ਵੀ ਫਿਰ ਉਸੇ ਦੀ ਹੈ। ਇਹਦੇ ਵਿੱਚੋਂ ਕੀ ਹੈ ਕਿ ਜਿਹੜਾ ਮਨੁੱਖ ਹੈ ਉਹ ਮਾਈਨਸ ਹੈ। ਪਰੰਤੂ ਜਦੋਂ ਤੁਸੀਂ ਮਾਡਰਨ ਪੋਲੀਟਿਕਸ ਦੀ ਗੱਲ ਦੇਖੋਗੇ, ਮਾਡਰਨ ਪੋਲੀਟਿਕਸ ਦੇ ਵਿੱਚ ਮਨੁੱਖ ਮਾਈਨਸ ਨਹੀਂ ਹੈ, ਇਹ ਮਨੁੱਖ ਪ੍ਰਧਾਨ ਹੈ, ਸਤਾ ਪ੍ਰਧਾਨ ਹੈ। ਗੁਰਬਾਣੀ ਦੇ ਵਿੱਚ ਮਨੁੱਖੀ ਸਤਾ ਨੂੰ ਮਹੱਤਵ ਨਹੀਂ ਦਿੱਤਾ ਗਿਆ। ਅਕਾਲ ਪੁਰਖੀ ਸਤਾ ਜੁਗੋ ਜੁਗ ਅਟਲ, ਜਿੱਦਾਂ ਆਦਿ ਸੱਚ ਦੀ ਗੱਲ ਕੀਤੀ ਹੈ, ਸਿਰਜਕ ਦੀ ਸਤਾ ਨੂੰ ਮੰਨਿਆ ਗਿਆ ਅਤੇ ਉਸੇ ਨੂੰ ਸੱਚੇ ਪਾਤਸ਼ਾਹ ਕਿਹਾ ਗਿਆ। ਅਤੇ ਗੁਰਬਾਣੀ ਦੇ ਵਿੱਚ ਜਿਹੜੀਆਂ ਦੁਨਿਆਵੀ ਸਤਾ ਹੈ, ਉਹ ਭਾਵੇਂ ਵੱਡੇ ਵੱਡੇ ਰਾਜੇ ਹੋਣ, ਮਹਾਰਾਜੇ ਹੋਣ, ਉਹਨਾਂ ਦੀ ਸਤਾ ਨੂੰ ਰੁਲਦੇ ਹੋਏ, ਢਹਿੰਦੇ ਹੋਏ, ਖਤਮ ਹੁੰਦੇ ਹੋਏ ਦਿਖਾਇਆ ਗਿਆ। ਪਰੰਤੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਸਦੀਵੀ ਸਤਾ ਜਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜਿੱਤ ਦਾ ਜਿਹੜਾ ਸਾਨੂੰ ਸੰਦੇਸ਼ ਦਿੱਤਾ ਗਿਆ, ਉੱਥੇ ਮਨੁੱਖ ਮਾਈਨਸ ਹੈ। ਸੋ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬੀ ਪਰਿਵਾਰ ਦੀ ਭਾਸ਼ਾ ਨਹੀਂ ਬਣ ਸਕੀ, ਰੁਜ਼ਗਾਰ ਦੀ ਭਾਸ਼ਾ ਨਹੀਂ ਬਣ ਸਕੀ, ਸਰਕਾਰ ਦੀ ਭਾਸ਼ਾ ਨਹੀਂ ਬਣ ਸਕੀ। ਇਹਦਾ ਬੁਨਿਆਦੀ ਕਾਰਨ ਇਹੀ ਹੈ ਕਿ ਜੋ ਅਸੀਂ ਜੀਵਨ ਜਿਉ ਰਹੇ ਹਾਂ, ਉਹ ਜੀਵਨ ਜਿਉਣ ਦੇ ਲਈ ਜੋ ਸਾਡੇ ਉੱਤੇ ਜੀਵਨ ਮੜ੍ਹਿਆ ਜਾ ਰਿਹਾ ਹੈ, ਉਹ ਗੁਰਮਤ ਦੇ ਅਨੁਸਾਰ ਹੀ ਨਹੀਂ ਹੈ। ਵਿਅਕਤੀਗਤ ਤੌਰ 'ਤੇ ਅਸੀਂ ਗੁਰਮਤ ਵਾਲਾ ਜੀਵਨ ਜਿਉਂਦੇ ਹਾਂ, ਪਰੰਤੂ ਜਿਹੜਾ ਮਾਹੌਲ ਹੈ, ਜਿਹੜਾ ਆਲਾ ਦੁਆਲਾ ਹੈ, ਉਹ ਗੁਰਮਤ ਦੇ ਅਨੁਸਾਰ ਨਹੀਂ ਹੈ। ਸੋ ਜੇ ਗੁਰਮਤ ਦੇ ਅਨੁਸਾਰ ਮਾਹੌਲ ਨਹੀਂ ਮਿਲੇਗਾ ਤਾਂ ਪੰਜਾਬੀ ਭਾਸ਼ਾ ਕਿਵੇਂ ਵਿਕਸਿਤ ਹੋਏਗੀ? ਇੱਕ ਬਹੁਤ ਗੰਭੀਰ ਸਵਾਲ ਹੈ। ਅਤੇ ਫਿਰ ਇਹੀ ਮਸਲਾ ਸਿੱਖਾਂ ਦੇ ਸਾਹਮਣੇ ਆਏਗਾ। ਮੈਂ ਥੋੜ੍ਹਾ, ਕਿਉਂਕਿ ਟਾਈਮ ਘੱਟ ਹੈ ਇਸ ਗੱਲ ਨੂੰ ਐਲੈਬੋਰੇਟ ਕਰਨ ਦੇ ਲਈ, ਜਦ ਤੱਕ ਅਸੀਂ ਅੱਜ ਦੀ ਗੱਲ ਨਹੀਂ ਕਰਾਂਗੇ, ਅੱਜ ਦੇ ਸਿੱਖ ਸਮਾਜ ਦੀ ਨਹੀਂ ਗੱਲ ਕਰਾਂਗੇ,
ਆਮ ਤੌਰ 'ਤੇ ਕੱਲ੍ਹ ਵੀ ਇਹ ਗੱਲ ਚੱਲੀ ਸੀ ਕਿ ਸਿੱਖ ਲੋਕ ਆਪਣੇ ਬੱਚਿਆਂ ਨੂੰ ਕੌਨਵੈਂਟ ਜਾਂ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ, ਜਾਂ ਸਿੱਖਾਂ ਨੂੰ ਆਪਣੇ ਬੱਚੇ ਪੰਜਾਬੀ ਮਾਧਿਅਮ ਸਕੂਲਾਂ ਦੇ ਵਿੱਚ ਕਿਉਂ ਨਹੀਂ ਪੜ੍ਹਾਉਣੇ ਚਾਹੀਦੇ। ਪਿਛਲੇ ਤਕਰੀਬਨ 40 ਕੁ ਸਾਲਾਂ ਤੋਂ ਪੰਜਾਬ ਦੇ ਵਿੱਚ ਇੱਦਾਂ ਦਾ ਇੱਕ ਰੁਝਾਨ ਚੱਲਿਆ, ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਸਾ ਦਿੱਤੀ ਗਈ ਜਾਂ ਵਸ ਗਈ ਕਿ ਜਿਹੜੇ ਬੱਚੇ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਵਿੱਚ ਪੜ੍ਹਨਗੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲਣਗੀਆਂ। ਰੁਜ਼ਗਾਰ ਤੇ ਭਾਸ਼ਾ ਨੂੰ ਇੱਕ ਕਰਕੇ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਜਾਂ ਸਾਨੂੰ ਸਮਝਾਇਆ ਗਿਆ, ਪਰੰਤੂ ਹੁਣ ਉਸ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਨੇ। ਅੱਜ ਕੱਲ੍ਹ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਬੱਚਿਆਂ ਨੂੰ ਵੀ ਰੁਜ਼ਗਾਰ ਨਹੀਂ ਮਿਲ ਰਿਹਾ। ਹਰ ਪਾਸੇ ਬੱਚਿਆਂ ਦੇ ਉੱਤੇ ਦਬਾਅ ਹੈ, ਕੰਪੀਟੀਸ਼ਨ ਦਿਨੋਂ ਦਿਨ ਵੱਧ ਰਿਹਾ ਹੈ। ਹੁਣ ਲੋਕਾਂ ਦੇ ਇਹ ਗੱਲ ਸਮਝ ਦੇ ਵਿੱਚ ਆਉਣ ਲੱਗੀ ਹੈ ਕਿ ਭਾਸ਼ਾ ਅਤੇ ਰੁਜ਼ਗਾਰ ਦਾ ਸੰਬੰਧ, ਰੁਜ਼ਗਾਰ ਦਾ ਜਿਹੜਾ ਸੰਬੰਧ ਹੈ ਭਾਸ਼ਾ ਦੀ ਬਜਾਏ ਇਹਦਾ ਇਕੋਨਮੀ ਦੇ ਨਾਲ ਸੰਬੰਧ ਹੈ, ਇਹਦਾ ਇੱਕ ਜਿਹੜੇ ਰਾਜਨੀਤਿਕ ਪ੍ਰਬੰਧ ਨੇ ਉਹਨਾਂ ਦੇ ਨਾਲ ਸੰਬੰਧ ਹੈ। ਅਤੇ ਭਾਸ਼ਾ ਨੂੰ ਇੱਕ ਨੀਤੀ ਦੇ ਤਹਿਤ ਸਾਡੇ ਲੋਕਾਂ ਨੂੰ ਅਲੱਗ ਕਰਨ ਦੇ ਕੋਸ਼ਿਸ਼ਾਂ ਹੋਈਆਂ ਕਿ ਇਹਨਾਂ ਨੂੰ ਗੁਰਮੁਖੀ ਭਾਸ਼ਾ ਤੋਂ ਅਲੱਗ ਥਲੱਗ ਕੀਤਾ ਜਾਵੇ। ਇੱਕ ਵਿਦਵਾਨ ਨੇ ਲਿਖਿਆ ਕਿ ਜਦੋਂ ਵੀ ਕਿਸੇ ਕੌਮ ਨੂੰ ਗੁਲਾਮ ਕਰਨ ਦਾ ਯਤਨ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਭਾਸ਼ਾ ਖੋਹੀ ਗਈ, ਉਹਨਾਂ ਦੀ ਬੋਲੀ ਖੋਹੀ ਗਈ। ਅਤੇ ਜਿਹੜੀ ਬੋਲੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿੰਦਾ ਕੀਤਾ, ਉਸ ਬੋਲੀ ਨੂੰ ਖੋਹਣ ਦੇ ਲਈ, ਉਸ ਬੋਲੀ ਦੇ ਨਾਲੋਂ ਤੋੜਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਹੋਏ। ਰਾਜਨੀਤਿਕ ਲੋਕਾਂ ਨੇ ਜੋ ਕੁਝ ਇੱਥੇ ਪੰਜਾਬੀ ਸੂਬੇ ਦੇ ਮੋਰਚੇ ਦੇ ਮੌਕੇ ਕੀਤਾ, ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਇੱਕ ਧਿਰ ਨੇ ਇਸ ਗੱਲ ਦੇ ਲਈ ਉਕਸਾਇਆ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਾਉਣ। ਜਦੋਂ ਵੀ ਮਰਦਮਸ਼ੁਮਾਰੀ ਹੋਈ 51 ਔਰ 61 ਦੀ, ਉਸ ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਵਿੱਚ ਬੋਲ ਕੇ ਲੋਕਾਂ ਨੇ ਇਹ ਗੱਲ ਕਹੀ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਹਿੰਦੀ ਹੈ। ਕਹਿਣ ਦਾ ਭਾਵ ਕਿ ਇਹਦੇ ਪਿੱਛੇ ਰਾਜਨੀਤੀ ਹੈ। ਅੱਜ ਵੀ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਚਰਚਾ ਅਖਬਾਰਾਂ ਦੇ ਵਿੱਚ ਚੰਡੀਗੜ੍ਹ ਪੰਜਾਬ ਦੇ ਲਾਗੇ ਕਿਉਂ ਬਣਾਇਆ ਗਿਆ? ਇੱਕ ਕੁਐਸਚਨ ਹੈ, ਸਾਨੂੰ ਕੁਐਸਚਨ ਕਰਨਾ ਚਾਹੀਦਾ। ਯੂਨੀਅਨ ਟੈਰੀਟਰੀਜ਼ ਯੂਟੀ ਉੱਥੇ ਬਣੀਆਂ ਜਿੱਥੇ ਇੱਕ ਕਹਿ ਰਹੇ ਪੋਲੀਟੀਕਲ ਸਿਸਟਮ ਨੂੰ ਚੁਣੌਤੀ ਸੀ, ਜਿੱਥੇ ਭਾਸ਼ਾ ਦਾ ਮਸਲਾ ਸੀ ਉੱਥੇ ਯੂਟੀਜ਼ ਬਣੇ। ਪੰਜਾਬ ਨੂੰ ਡਿਲਿਊਟ ਕਰਨ ਦੇ ਲਈ, ਪੰਜਾਬ ਦੇ ਰੰਗ ਨੂੰ ਹਲਕਾ ਪਾਉਣ ਦੇ ਲਈ ਇੱਥੇ ਇੱਕ ਬੜਾ ਬਿਊਟੀਫੁਲ ਸਿਟੀ ਦੇ ਨਾਂ 'ਤੇ ਚੰਡੀਗੜ੍ਹ ਦੀ ਉਸਾਰੀ ਹੋਈ ਹੈ। ਇਹਦੇ ਪਿੱਛੇ ਵੀ ਪੋਲੀਟਿਕਸ ਸੀ। ਪੋਲੀਟਿਕਸ ਕੀ ਕਿ ਪੰਜਾਬ ਦੇ ਸੀਨੇ ਦੇ ਵਿੱਚ ਇੱਕ ਅਜਿਹਾ ਖੰਜਰ ਖੋਭ ਦਿੱਤਾ ਜਾਵੇ, ਜਦੋਂ ਵੀ ਪੰਜਾਬੀ ਕੋਈ ਗੱਲ ਕਰਨ ਤਾਂ ਉਹ ਖੰਜਰ ਨੂੰ ਹਿਲਾ ਦਿੱਤਾ ਜਾਏਗਾ। ਅਤੇ ਚੰਡੀਗੜ੍ਹ ਇੱਕ ਅਜਿਹਾ ਖੰਜਰ ਹੈ ਜਿਹੜਾ ਪੰਜਾਬੀ ਲੋਕਾਂ ਦੇ, ਪੰਜਾਬੀਆਂ ਦੇ ਸੀਨੇ ਦੇ ਵਿੱਚ ਖੋਭਿਆ ਗਿਆ। ਅਤੇ ਇਸੇ ਤੋਂ ਇੱਕ ਹਰਿਆਣਾ ਰਾਜ ਬਣਾਇਆ ਗਿਆ ਤਾਂ ਕਿ ਜਿਹੜੇ ਇਹ ਲੋਕ ਨੇ ਆਪਸ ਦੇ ਵਿੱਚ ਲੜਦੇ ਝਗੜਦੇ ਰਹਿਣ। ਅੱਜ ਪਾਣੀਆਂ ਦੀ ਵੰਡ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਇਹ ਮਸਲੇ ਐਵੇਂ ਨਹੀਂ ਹੈ। ਇਹ ਪੰਜਾਬ ਨੂੰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਫਿਊਚਰਿਸਟਿਕ ਵਿਜ਼ਨ ਦਿੱਤਾ ਹੈ। ਗੁਰਬਾਣੀ ਇੱਕ ਗਲੋਬਲੀ ਧਰਮ ਹੈ। ਜਿੱਦਾਂ ਆਪਾਂ ਪੰਜਾਬੀ ਭਾਸ਼ਾ ਦੇ ਸੁਭਾਅ ਦੀ ਗੱਲ ਕੀਤੀ ਹੈ ਕਿ ਇਹ ਬੜੀ ਫਲੈਕਸੀਬਲ ਹੈ। ਇਹ ਪੰਜਾਬੀ ਦੁਨੀਆ ਪੱਧਰ 'ਤੇ ਰਾਜ ਕਰਨ ਦੇ, ਰਾਜ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਕਿਸੇ ਵਿਅਕਤੀ ਦਾ ਰਾਜ, ਗੁਰਬਾਣੀ ਦਾ, ਗੁਰੂ ਮਹਾਰਾਜ ਦਾ ਗੁਰੂ ਸੰਦੇਸ਼
ਖਾਲਸੇ ਦਾ ਸਾਰੇ ਸੰਸਾਰ ਦੇ ਉੱਤੇ ਰਾਜ ਕਰਨ ਦੀ ਸਮਰੱਥਾ, ਭਾਵ ਗੁਰਮਤਿ ਦਾ ਜਿਹੜਾ ਸੰਦੇਸ਼ ਆ ਸਾਰੀ ਦੁਨੀਆ ਦੇ ਸਮਝ ਦੇ ਵਿੱਚ ਨਾ ਆ ਜਾਵੇ, ਇਸ ਕਰਕੇ ਗੁਰਮਤਿ ਨੂੰ ਮੰਨਣ ਵਾਲੇ ਲੋਕਾਂ ਨੂੰ ਅਪਰੂਟ ਕੀਤਾ ਗਿਆ। ਭਾਵੇਂ ਉਹ 47 ਦੀ ਵੰਡ ਹੋਈ, ਫਿਰ ਪੰਜਾਬ ਦੀ ਵੰਡ ਹੋਈ। ਪੰਜਾਬ ਦੇ ਇੱਕ ਸਾਡੇ ਸ਼ਹਿਰ ਨੇ ਪਟਿਆਲੇ ਦੇ ਪ੍ਰੋਫੈਸਰ ਕੁਲਵੰਤ ਗਰੇਵਾਲ, ਉਹਨੇ ਪੰਜਾਬ ਦੇ ਬਾਰੇ ਬੜੀ ਖੂਬਸੂਰਤ ਕਵਿਤਾ ਲਿਖੀ ਹੈ। ਮੈਂ ਕਵਿਤਾ ਪੂਰੀ ਨਹੀਂ ਸੁਣਾਵਾਂਗਾ, ਜੇਕਰ ਕਿਸੇ ਨੇ ਪੜ੍ਹਨੀ ਹੋਵੇ ਤਾਂ ਉਹਨਾਂ ਦੀ ਕਿਤਾਬ ਦੇ ਵਿੱਚੋਂ ਪੜ੍ਹ ਸਕਦਾ ਹੈ ਕਿ ਗਰੇਵਾਲ ਨੇ ਕਿਹਾ ਕਿ ਪੰਜਾਬ ਤਕਸੀਮ ਦਰ ਤਕਸੀਮ ਦਾ ਨਾਂ ਹੈ। ਪੰਜਾਬ ਲਗਾਤਾਰ ਵੰਡਿਆ ਗਿਆ, ਪੰਜਾਬ ਲਗਾਤਾਰ ਕੱਟਿਆ ਗਿਆ। ਕਿਹਨੇ ਵੰਡਿਆ, ਕਿਹਨੇ ਕੱਟਿਆ, ਇਹ ਗੱਲ ਸੋਚਣ ਵਾਲੀ ਹੈ। ਅਤੇ ਮੈਂ ਫਿਰ ਕਹਾਂਗਾ ਕਿ ਪੰਜਾਬ ਨੂੰ ਉਸ ਰਾਜਨੀਤੀ ਨੇ ਵੰਡਿਆ ਜਿਹੜੀ ਰਾਜਨੀਤੀ ਗੁਰਮਤਿ ਦੀ ਰਾਜਨੀਤੀ ਤੋਂ ਉਲਟ ਸਿਧਾਂਤਾਂ ਦੇ ਉੱਤੇ ਉਸਰੀ ਹੋਈ ਹੈ। ਕਿਉਂਕਿ ਉਸ ਰਾਜਨੀਤੀ ਨੂੰ ਇਹ ਡਰ ਹੈ, ਜੇਕਰ ਗੁਰਮਤਿ ਦੀ ਰਾਜਨੀਤੀ ਅੱਗੇ ਆ ਜਾਂਦੀ ਹੈ ਤਾਂ ਉਹਨਾਂ ਦੀ ਵੰਡਣ ਵਾਲੀ ਜਿਹੜੀ ਰਾਜਨੀਤੀ ਹੈ ਉਹ ਪਿੱਛੇ ਰਹਿ ਜਾਏਗੀ। ਫਿਰ ਮਨੁੱਖਾਂ ਦੀ ਜਿਹੜੀ ਪਾਵਰ ਹੈ, ਉਹ ਸਤ੍ਹਾ ਹੈ, ਉਹ ਪਿੱਛੇ ਰਹਿ ਜਾਏਗੀ। ਸੋ ਜਦੋਂ ਅਸੀਂ ਗੁਰਮਤਿ ਦੇ ਸਿਧਾਂਤਾਂ ਦੀ ਗੱਲ ਕਰਾਂਗੇ ਤਾਂ ਸਾਨੂੰ 2-3 ਜਿਹੜੇ ਨੁਕਤੇ ਨੇ ਇਹ ਸਮਝ ਲੈਣੇ ਚਾਹੀਦੇ ਨੇ ਕਿ ਗੁਰੂ ਮਹਾਰਾਜ ਨੇ ਜਦੋਂ ਗੁਰਬਾਣੀ ਰਚੀ ਤਾਂ ਗੁਰਬਾਣੀ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚੇ ਤਾਂ ਉਸ ਭਾਸ਼ਾ ਦੇ ਵਿੱਚ ਦਿੱਤਾ ਜਿਹਨੂੰ ਲੋਕ ਸਮਝਦੇ ਸੀ। ਇਹਦੇ ਲਈ ਇੱਕ ਸਕਾਲਰ ਜਿਹਦਾ ਨਾਂ ਹੈਗਾ ਵਿਟਗਨਸਟਾਈਨ ਨੇ ਕਿਹਾ ਹੈ ਕਿ ਹਰ ਲੈਂਗੁਏਜ ਦੀ ਇੱਕ ਲੈਂਗੁਏਜ ਗੇਮ ਹੁੰਦੀ ਹੈ, ਜਾਂ ਅਸੀਂ ਲੈਂਗੁਏਜ ਗੇਮ ਦੇ ਤੌਰ 'ਤੇ ਉਹਨੂੰ ਸਮਝ ਸਕਦੇ ਹਾਂ। ਜਿਸ ਤਰ੍ਹਾਂ ਇਸ ਗੱਲ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝੀਏ ਕਿ ਜਿਸ ਬੰਦੇ ਨੇ ਕੋਈ ਮੈਚ ਦੇਖਣਾ ਹੋਵੇ, ਜਿਹਨੂੰ ਉਹਦੇ ਰੂਲਸ ਪਤਾ ਹੋਣ, ਉਸ ਰੂਲਸ ਨੂੰ, ਰੈਗੂਲੇਸ਼ਨ ਨੂੰ ਜਾਣਨ ਵਾਲਾ ਮਨੁੱਖ ਮੈਚ ਨੂੰ ਜ਼ਿਆਦਾ ਮਾਣੇਗਾ, ਇੰਜੋਏ ਕਰੇਗਾ। ਅਤੇ ਜਿਹੜਾ ਬੰਦਾ ਉਸ ਰੂਲਸ ਨੂੰ ਨਹੀਂ ਜਾਣਦਾ ਉਹ ਉਹਨੂੰ ਇੰਜੋਏ ਨਹੀਂ ਕਰ ਸਕੇਗਾ। ਵਿਟਗਨਸਟਾਈਨ ਕਹਿੰਦਾ ਕਿ ਭਾਸ਼ਾ ਜਦੋਂ ਅਸੀਂ ਸੰਚਾਰ ਕਰਦੇ ਹਾਂ, ਆਪਣੇ ਭਾਵਾਂ ਦਾ ਸੰਚਾਰ ਕਰਦੇ ਹਾਂ, ਸਮਝਣ ਵਾਲੇ ਉਸ ਸੰਚਾਰ ਨੂੰ ਸਮਝਦੇ ਹੋਣ। ਜਿਸ ਭਾਸ਼ਾ ਦੇ ਵਿੱਚ ਅਸੀਂ ਡਾਇਲੋਗ ਕਰਦੇ ਹਾਂ, ਸਾਹਮਣੇ ਵਾਲਿਆਂ ਨੂੰ ਵੀ ਉਸ ਭਾਸ਼ਾ ਦੇ ਨਿਯਮ ਪਤਾ ਹੁੰਦੇ ਨੇ। ਅਤੇ ਜੇਕਰ ਅਕਾਲ ਪੁਰਖ ਦੀ ਧੁਰਕੀ ਬਾਣੀ ਪੰਜਾਬ ਦੇ ਵਿੱਚ ਆਈ ਹੈ ਤਾਂ ਗੁਰੂ ਮਹਾਰਾਜ ਨੇ ਸਾਡੇ ਲੋਕਾਂ ਦੇ ਉੱਤੇ ਯਕੀਨ ਕੀਤਾ ਹੈ, ਸਾਡੇ ਲੋਕਾਂ ਦੇ ਉੱਤੇ ਵਿਸ਼ਵਾਸ ਕੀਤਾ ਹੈ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਤੁਸੀਂ ਐਗਜ਼ਾਮਪਲ ਲਓ ਯਹੂਦੀਆਂ ਦੀ। ਯਹੂਦੀ ਲੋਕ ਉਸ ਧਰਤੀ ਦੇ ਟੁਕੜੇ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਨੇ ਜਿੱਥੇ ਉਹਨਾਂ ਦੇ ਪੈਗੰਬਰ ਨੇ ਆਪਣੇ ਬੋਲ ਉਚਾਰੇ ਨੇ। ਅਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਿਸ ਭਾਸ਼ਾ ਦੇ ਵਿੱਚ ਸਾਡੀ ਬਾਣੀ ਉਚਰੀ ਹੈ, ਕੀ ਸਾਡੇ ਲੋਕਾਂ ਦੇ ਵਿੱਚ ਉਹਦਾ ਸਤਿਕਾਰ ਹੈ? ਮੈਂ ਕਹਾਂਗਾ ਕਿ ਅਸੀਂ ਸਮੂਹਿਕ ਤੌਰ 'ਤੇ ਪੰਜਾਬੀ ਭਾਸ਼ਾ ਦਾ ਓਨਾ ਸਤਿਕਾਰ ਨਹੀਂ ਕਰਦੇ ਜਿੰਨਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਸਾਡੇ ਘਰਾਂ ਦੇ ਵਿੱਚ ਜਦੋਂ ਇੱਕ ਪੰਜਾਬੀ ਦੂਸਰੇ ਪੰਜਾਬੀ ਦੇ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਹੈ, ਇਹ ਗੱਲ ਬਲਰਾਜ ਸਾਹਨੀ ਨੇ ਕਹੀ ਕਿ ਜਦੋਂ ਮੈਂ ਕਿਸੇ ਨਾਲ ਪੰਜਾਬੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ। ਕੀ ਪੰਜਾਬ ਦੇ ਲੋਕ ਇੱਦਾਂ ਗੱਲ ਸੋਚਦੇ ਆ? ਸਾਨੂੰ ਇੱਕ ਕੋਈ ਬੰਦਾ ਨੌਨ ਪੰਜਾਬੀ ਮਿਲ ਜਾਵੇ ਤਾਂ ਅਸੀਂ ਆਪਣੀ ਭਾਸ਼ਾ ਵਿਗਾੜ ਕੇ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਲੈਂਦੇ ਹਾਂ। ਇਹਦਾ ਮਤਲਬ ਕੀ ਹੈ ਕਿ ਪੰਜਾਬੀ ਦਾ ਸਤਿਕਾਰ ਸਾਡੇ ਸੱਭਿਆਚਾਰ ਦਾ, ਸਾਡੀ ਰਹਿਤ ਬਹਿਤ ਦਾ
ਹਿੱਸਾ ਨਹੀਂ ਬਣਿਆ। ਗੁਰਮੁਖੀ ਅੱਖਰਾਂ ਦਾ ਸਤਿਕਾਰ ਜਦ ਸਾਡੇ ਜੀਵਨ ਦਾ ਅੰਗ ਬਣੇਗਾ, ਉਹਦੇ ਨਾਲ ਹੀ ਸਾਡਾ ਗੁਰਬਾਣੀ ਦਾ ਸਤਿਕਾਰ ਜੁੜਿਆ ਹੋਇਆ। ਅਸੀਂ ਅਕਸਰ ਗੱਲ ਕਰਦੇ ਹਾਂ, ਅਕਸਰ ਜਿਹੜੇ ਸਿੱਖੀ ਦਾ ਦਰਦ ਰੱਖਣ ਵਾਲੇ ਲੋਕ ਨੇ ਇਹ ਗੱਲ ਕਹਿੰਦੇ ਹੈ ਕਿ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ। ਜਦੋਂ ਮੈਂ ਅਸੀਂ ਦੀ ਗੱਲ ਕੀਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਵਿੱਚ ਗੁਰੂ ਦੀ ਮੰਨਣ ਵਾਲੇ ਨਹੀਂ ਹਨ। ਬਹੁਤ ਲੋਕ ਹੈਗੇ ਨੇ, ਬਹੁਤ ਪਹੁੰਚੇ ਹੋਏ ਲੋਕ ਨੇ, ਬਾਣੀ ਦਾ ਸਤਿਕਾਰ ਕਰਨ ਵਾਲੇ ਬਹੁਤ ਨੇ, ਗੁਰਮੁਖੀ ਦਾ ਸਤਿਕਾਰ ਕਰਨ ਵਾਲੇ ਵੀ ਹਨ। ਪਰੰਤੂ ਸਮੂਹਿਕ ਤੌਰ 'ਤੇ ਆਪਾਂ ਗੱਲ ਕਰਦੇ ਹਾਂ, ਕੋਲੈਕਟਿਵਲੀ ਤੁਸੀਂ ਘਰਾਂ ਦੇ ਵਿੱਚ ਜਾ ਕੇ ਦੇਖੋ, ਬੱਚਿਆਂ ਦੇ ਨਾਲ, ਖਾਸ ਕਰਕੇ ਸਰਦਾਰ ਸਿੱਖ ਲੋਕ ਆਪਣੇ ਬੱਚਿਆਂ ਦੇ ਨਾਲ ਕਈ ਵਾਰੀ ਹੋਰ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ। ਉਹਨਾਂ ਨੂੰ ਸ਼ਾਇਦ ਬਲਰਾਜ ਸਾਹਨੀ ਦੀ ਗੱਲ ਚੰਗੀ ਨਹੀਂ ਲੱਗਦੀ। ਉਹਨਾਂ ਦਾ ਦੂਸਰਾ ਜਿਹੜਾ ਨੁਕਤਾ ਤੁਹਾਡੇ ਸੋਚਣ ਦੇ ਲਈ ਮੈਂ ਛੱਡਣ ਜਾ ਰਹੇ ਹਾਂ, ਜਿੰਨੇ ਲੋਕ ਸਾਡੇ ਬਾਹਰ ਜਾਂਦੇ ਆ, ਖਾਸ ਕਰਕੇ ਕੈਨੇਡਾ ਜਾਂਦੇ ਨੇ, ਕੈਨੇਡਾ ਵਾਲੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਦਾ ਓਨਾ ਸਤਿਕਾਰ ਨਹੀਂ ਹੈ ਜਿੰਨਾ ਕੈਨੇਡਾ ਦੇ ਵਿੱਚ ਹੈ। ਹੁਣ ਇੱਥੋਂ ਤੁਹਾਨੂੰ ਰਾਜਨੀਤੀ ਦੀ ਸਮਝ ਆਏਗੀ ਕਿ ਉਹ ਜਿਹੜਾ ਇੱਕ ਸਿਸਟਮ ਜਿਸ ਨੂੰ ਚੁਣੌਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦਿੱਤੀ ਸੀ, ਅਕਹਿਰਾ ਸਿਸਟਮ, ਇੰਡੀਆ ਦੇ ਵਿੱਚ ਉਹ ਸਿਸਟਮ ਲਾਗੂ ਕੀਤਾ ਗਿਆ, ਬੜੀ ਸਖਤੀ ਦੇ ਨਾਲ ਲਾਗੂ ਕੀਤਾ ਗਿਆ। ਸਾਡੇ ਲਈ ਇਹ ਸੋਚਣ ਦਾ ਸਵਾਲ ਹੈ ਕਿ ਜੋ ਲੋਕ ਸਾਡੇ ਪੰਜਾਬੀ ਕੈਨੇਡਾ ਦੀ ਗੱਲ ਕਰਦੇ ਹੈ ਕਿ ਜਿੰਨਾ ਕੈਨੇਡਾ ਦੇ ਵਿੱਚ ਪੰਜਾਬੀ ਦਾ ਸਤਿਕਾਰ ਹੈ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਉਹਨਾਂ ਪੰਜਾਬੀ ਦਾ ਸਤਿਕਾਰ ਕਿਉਂ ਨਹੀਂ ਕਰਦੇ। ਤੇ ਫਿਰ ਆਪਣੇ ਆਪ ਹੀ ਤੁਹਾਨੂੰ ਗੱਲ ਸਮਝ ਲੱਗੇਗੀ ਕਿ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਕੋਈ ਕਮੀ ਨਹੀਂ ਹੈ। ਮੈਡੀਕਲ ਦੀ, ਇੰਜੀਨੀਅਰਿੰਗ ਦੀ, ਹਰ ਕਿਸਮ ਦੀ ਪੜ੍ਹਾਈ ਪੰਜਾਬੀ ਦੇ ਵਿੱਚ ਪੜ੍ਹਾਈ ਜਾ ਸਕਦੀ ਹੈ। ਮਤਲਬ ਜੇ ਦੁਨੀਆ ਦਾ ਤੁਸੀਂ ਗਿਆਨ ਦੀ ਗੱਲ ਕਰੋ, ਤੁਸੀਂ ਕਿਸੇ ਮਕੈਨਿਕ ਦੀ ਐਗਜ਼ਾਮਪਲ ਲੈ ਲਓ, ਛੋਟਾ ਜਿਹਾ ਵੀ ਮਕੈਨਿਕ, ਉੱਦਾਂ ਦੀਆਂ ਜਿਹੜੀਆਂ ਮਸ਼ੀਨਰੀ ਦੇ ਜਿੰਨੇ ਵੱਖ-ਵੱਖ ਅੰਗ ਨੇ, ਉਹਨਾਂ ਦੇ ਨਾਂ ਉਹਨਾਂ ਨੇ ਆਪਣੇ ਤੌਰ 'ਤੇ ਰੱਖੇ ਹੋਏ ਨੇ। ਫਿਰ ਸਾਡੇ ਵਿੱਚ ਇਹ ਗੱਲ ਕਿੱਥੋਂ ਸ਼ੁਰੂ ਹੋ ਗਈ ਕਿ ਮੈਡੀਕਲ ਸਾਇੰਸ, ਇੰਜੀਨੀਅਰਿੰਗ ਤੁਹਾਨੂੰ ਅੰਗਰੇਜ਼ੀ ਮਾਧਿਅਮ ਦੇ ਵਿੱਚ ਪੜ੍ਹਾਉਣੀ ਪਏਗੀ। ਇੱਕ ਗੱਲ ਮੈਂ ਹੋਰ ਕਰਾਂਗਾ ਕਿ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਬਣੀ ਹੈ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਇੱਕ ਭੁਲਾਵਾ ਦਿੱਤਾ ਗਿਆ ਸਾਡੇ ਲੋਕਾਂ ਨੂੰ। ਇਹ ਕਿਹਾ ਗਿਆ ਕਿ ਹੁਣ ਲੋਕੀ ਜਾਂ ਬੱਚਿਆਂ ਦੀ ਜਿਹੜੀ ਸਕੂਲੀ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ 'ਚ ਦਿੱਤੀ ਜਾਏਗੀ। ਪਰੰਤੂ ਤੁਸੀਂ ਇਹ ਗੱਲ ਨੋਟ ਕਰ ਲੈਣੀ, ਮਾਤ ਭਾਸ਼ਾ ਕੇਵਲ 5ਵੀਂ ਜਮਾਤ ਤੱਕ, ਜਦੋਂ ਤੱਕ ਬੱਚੇ ਨੂੰ ਭਾਸ਼ਾ ਦਾ ਕੋਈ ਬਹੁਤਾ ਪਤਾ ਨਹੀਂ, ਇਕੱਲੀ ਪਲੇ ਸਕੇਲ ਵਾਲੀ ਹੁੰਦੀ ਹੈ, ਅੱਗੇ ਜਾ ਕੇ ਕੀ ਕਰ ਦਿੱਤਾ ਜਾਏਗਾ ਕਿ ਤੁਹਾਡੇ ਦੇ ਉੱਪਰ ਹੋਰ ਭਾਸ਼ਾਵਾਂ ਥੋਪੀਆਂ ਜਾਣਗੀਆਂ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਭਾਸ਼ਾ ਦੇ ਵਿੱਚ ਇੱਕ ਪਾਸੇ ਪਰਸਨਲ ਜ਼ਿੰਦਗੀ ਸੀ, ਸਿੱਧ, ਜੋਗੀ, ਸੰਨਿਆਸੀ ਆਪਣੀ ਨਿੱਜੀ ਮੁਕਤੀ ਦੀ ਗੱਲ ਕਰਦੇ ਸੀ, ਪਰੰਤੂ ਗੁਰੂ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਕਿ ਸਾਨੂੰ ਸਮੂਹ ਸੰਗਤ ਨੂੰ ਇੱਕ ਸਮੂਹਿਕ ਮੁਕਤੀ ਦੇ ਸਿਧਾਂਤ ਦੇ ਨਾਲ ਜੋੜਿਆ। ਜਦੋਂ ਅਸੀਂ ਸਿੱਖੀਜ਼ਮ ਦੀ ਜਾਂ ਗੁਰਮਤਿ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਸਮਾਜਿਕ, ਇੱਕ ਸੰਗਤੀ ਧਰਮ ਹੈ। ਅਤੇ ਜੇਕਰ ਦੁਨੀਆ ਦੇ ਭਾਈਚਾਰਿਆਂ ਦੇ ਨਾਲ ਸਾਡੀ ਵਿਲੱਖਣਤਾ ਦੀ ਗੱਲ ਕਰੀਏ ਤਾਂ ਮੈਂ ਇੱਕੋ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਅਸੀਂ ਦੁਨੀਆ ਦੇ ਬਾਕੀ ਭਾਈਚਾਰਿਆਂ ਨਾਲੋਂ ਇਸ ਕਰਕੇ ਵਿਲੱਖਣ ਹਾਂ ਕਿ ਜਿਹੜੀ ਸਾਡੀ ਸਿਰਜਣਾ ਹੈ ਉਹ ਪਵਿੱਤਰ ਸ਼ਬਦ ਦੇ ਨਾਲ ਹੋਈ ਹੈ। ਸਿੱਖ ਲੋਕ ਪਵਿੱਤਰਤਾ ਦੇ ਨਾਲ ਬਣੇ ਨੇ, ਕਿਉਂਕਿ ਗੁਰਬਾਣੀ ਦੇ ਗਾਇਨ ਦੇ ਨਾਲ
ਜਿਹੜੀ ਸੰਗਤ ਜੁੜਦੀ ਸੀ ਉਸੇ ਸੰਗਤ ਤੋਂ ਸਿੱਖ ਭਾਈਚਾਰਾ ਬਣਿਆ। ਬਾਅਦ ਦੇ ਵਿੱਚ ਉਹ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ। ਜਦੋਂ ਅਸੀਂ ਸਿੱਖ ਸੰਗਤ ਦਾ ਜਿਹੜਾ ਬੁਨਿਆਦ, ਇਹਦੀ ਫਾਊਂਡੇਸ਼ਨ ਗੁਰਬਾਣੀ ਹੈ। ਗੁਰਬਾਣੀ ਤੋਂ ਪਹਿਲਾਂ ਅਸੀਂ ਕੀ ਸੀ? ਮੈਂ ਕਹਾਂਗਾ ਕਿ ਗੁਰਬਾਣੀ ਤੋਂ ਪਹਿਲਾਂ ਸਿੱਖ ਨਹੀਂ ਸੀ, ਤੇ ਸਿੱਖ ਗੁਰਬਾਣੀ ਦੇ ਨਾਲ ਆਇਆ, ਤੇ ਗੁਰਬਾਣੀ ਗੁਰਮੁਖੀ ਹੈ, ਤੇ ਸਿੱਖ ਤੇ ਗੁਰਮੁਖੀ ਦਾ ਤਾਂ ਫਿਰ ਜਿੱਦਾਂ ਅਸੀਂ ਕਹੀਏ ਕਿ ਰਿਸ਼ਤਾ ਹੀ ਬੜਾ ਪਵਿੱਤਰ ਹੈ। ਪਰੰਤੂ ਕੁਐਸਚਨ ਇਹ ਹੈ ਕਿ ਕੀ ਸਿੱਖ ਲੋਕ ਇਸ ਰਿਸ਼ਤੇ ਨੂੰ ਉਸ ਤਰੀਕੇ ਦੇ ਨਾਲ ਸਮਝਦੇ ਨੇ? ਤੇ ਅਖੀਰ ਦੇ ਵਿੱਚ ਮੇਰਾ ਇਹੀ ਆਨਸਰ ਹੋਏਗਾ ਕਿ ਅਸੀਂ ਰਿਸ਼ਤੇ ਦੀ ਜਿਹੜੀ ਸਾਡਾ ਭਾਸ਼ਾ ਦੇ ਨਾਲ ਰਿਸ਼ਤਾ ਹੈ ਉਹਦੀ ਪਵਿੱਤਰਤਾ ਨਹੀਂ ਸਮਝੀ, ਨਾ ਸਮਝਾਉਣ ਦਾ ਯਤਨ ਕੀਤਾ ਗਿਆ। ਜਿਨ੍ਹਾਂ ਨੇ ਸਮਝਾਉਣਾ ਸੀ ਬਲਕਿ ਉਹੀ ਅਪਵਿੱਤਰ ਨੇ। ਸਾਡੀ ਜਿਹੜੀ ਰਿਲੀਜੀਅਸ ਲੀਡਰਸ਼ਿਪ ਹੈ ਉਹਨੂੰ ਇਹ ਗੱਲ ਚਾਹੀਦੀ ਸੀ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਨਾਲ ਪੈਦਾ ਕੀਤਾ ਹੈ। ਅਸੀਂ ਬਾਣੀ ਦੇ ਵਿੱਚੋਂ ਪੈਦਾ ਹੋਏ ਹਾਂ, ਤੇ ਸਾਡੀ ਪੈਦਾਇਸ਼ ਦਾ, ਮਨੁੱਖੀ ਪੈਦਾਇਸ਼ ਦਾ ਸਿਧਾਂਤ ਵੀ ਗੁਰੂ ਮਹਾਰਾਜ ਨੇ ਬਾਣੀ 'ਚ ਕਿਹਾ ਕਿ ਸਾਰਿਆਂ ਦੀ ਜਿਹੜੀ ਉਤਪਤੀ ਹੈ ਸ਼ਬਦ ਤੋਂ ਹੋਈ ਹੈ। ਜੇ ਤੁਸੀਂ ਗਿਆਨ ਦੀ ਵੀ ਗੱਲ ਕਰੋਗੇ, ਨੌਲੇਜ ਦੀ ਵੀ ਆਪਾਂ ਗੱਲ ਕਰੀਏ, ਤੇ ਨੌਲੇਜ ਦੇ ਬਾਰੇ ਵੀ ਵਿਗਿਆਨੀ ਇਹ ਗੱਲ ਮੰਨਦੇ ਨੇ ਕਿ ਜਦੋਂ ਤੋਂ ਸਾਊਂਡ ਆਈ ਹੈ, ਧੁਨੀ ਆਈ ਹੈ, ਉਦੋਂ ਤੋਂ ਗਿਆਨ ਆਇਆ। ਤੇ ਜਿਹੜਾ ਸ਼ਬਦ ਹੈ ਇਹ ਸਾਊਂਡ ਦਾ ਇੱਕ ਰੂਪ ਹੈ। ਇਹ ਸਾਡੀ ਉਤਪਤੀ ਦਾ, ਸਾਡੇ ਓਰੀਜਨ ਦਾ ਸਰੂਪ ਹੈ। ਤੇ ਇਹ ਓਰੀਜਨ ਕਰਕੇ, ਇਹਦੀ ਉਤਪਤੀ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਗੁਰੂ ਰੂਪ ਸਾਧ ਸੰਗਤ ਦੇ ਵਿੱਚ ਬਣਾਇਆ। ਜੇ ਅਸੀਂ ਗੁਰੂ ਰੂਪ ਸਾਧ ਸੰਗਤ ਹਾਂ ਤਾਂ ਗੁਰਮੁਖੀ ਦੇ ਪ੍ਰਤੀ ਜਿਹੜਾ ਸਾਡਾ ਅਵੇਸਲਾਪਣ ਹੈ ਇਹਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਹੈ। ਸੋ ਮੈਂ ਇੱਕ ਵਾਰ ਫਿਰ, ਜਿੰਨੇ ਮੈਥੋਂ ਬਹੁਤ ਵੱਡੇ, ਬਹੁਤ ਗੁਣੀ ਗਿਆਨੀ ਲੋਕ ਮੇਰੇ ਨਾਲ ਜੁੜੇ ਨੇ ਇਸ ਵਾਰਤਾ ਦੇ ਵਿੱਚ, ਮੈਂ ਤਾਂ ਬੜਾ ਤੁੱਛ ਜਿਹੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਤੁਸੀਂ ਇੰਨਾ ਸਮਾਂ ਮੇਰੇ ਨਾਲ ਸਾਂਝ ਪਾਈ, ਕੁਝ ਗੱਲਾਂ ਰਹਿ ਗਈਆਂ, ਉਹ ਕਿਸੇ ਮੌਕੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਦੇਣਗੇ, ਆਪਾਂ ਕਦੇ ਫਿਰ ਗੱਲ ਕਰ ਲਵਾਂਗੇ, ਕਿਉਂਕਿ ਸਮੇਂ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਹੈ। ਮੇਰੇ ਲੈਕਚਰ ਦਾ ਜਿੰਨਾ ਕੁ ਟਾਈਮ ਡਿਸਟਰਬ ਹੋਇਆ ਸੀ ਉਹਨੇ 2 ਮਿੰਟ ਮੈਂ ਉੱਪਰ ਲੈ ਗਿਆ। ਸੋ ਮੈਂ ਆਪਣੀ ਸਮਾਪਤੀ ਕਰਦਾ ਹਾਂ ਤੇ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।